We are talking about the period of 22nd October 1947. ਅ, ਇਹ ਉਹ ਸਮਾਂ ਹੈ ਕਿ ਜਦੋਂ ਹਿੰਦੁਸਤਾਨ ਦੀ ਵੰਡ ਹੋਈ 1947 ਦੀ, ਤੇ ਲਹਿੰਦਾ ਤੇ ਚੜ੍ਹਦੇ ਪੰਜਾਬ ਦੇ ਹਾਲਾਤ ਜੋ ਹੋਏ ਉਹ ਅਸੀਂ ਉਹਨਾਂ ਦੇ ਨਾਲ ਸਾਰੇ ਵਾਕਿਫ ਹੈਗੇ ਹਾਂ। ਇੰਨਾ ਕਤਲੇਆਮ ਹੋਇਆ ਉਸ ਸਮੇਂ, ਤੇ ਲੱਖਾਂ ਲੋਕ ਆਪਦੇ ਘਰਾਂ ਉੱਜੜ ਕੇ ਤੇ ਇੱਕ ਨਵਾਂ ਮੁਲਕ ਬਣਾਉਣ ਦੀ ਤਾਕ 'ਚ ਲੋਕ ਨਿਕਲੇ ਸੀਗੇ। ਕਸ਼ਮੀਰ ਦਾ ਜੋ ਹੈ ਹਾਲਾਤ ਉਹ ਬਹੁਤ ਵੱਖਰੇ ਸੀਗੇ ਪੰਜਾਬ ਤੋਂ, ਕਿਉਂਕਿ ਹਾਲੇ ਤੱਕ 22 ਅਕਤੂਬਰ 1947 ਤੱਕ ਮਹਾਰਾਜਾ ਹਰੀ ਸਿੰਘ ਨੇ ਫੈਸਲਾ ਨਹੀਂ ਕੀਤਾ ਸੀਗਾ ਕਿ ਕਸ਼ਮੀਰ ਪਾਕਿਸਤਾਨ ਦੇ ਨਾਲ ਜਾਏਗਾ ਜਾਂ ਹਿੰਦੁਸਤਾਨ ਦੇ ਨਾਲ ਜਾਏਗਾ। ਤੇ ਉਹਨਾਂ ਨੇ ਇੱਕ ਸਟੈਂਡ ਸਟਿਲ ਐਗਰੀਮੈਂਟ ਵੀ ਕੀਤਾ ਸੀਗਾ, ਪਰ ਜਦੋਂ ਹਾਲਾਤ ਬਹੁਤ ਖਰਾਬ ਹੋ ਗਏ ਤੇ ਉਹਨਾਂ ਨੇ ਟ੍ਰੀਟੀ ਆਫ ਐਕਸੇਸ਼ਨ ਸਾਈਨ ਕੀਤੀ ਔਨ ਦ 26th of October, which changed the whole dynamics of that particular period. So I have with me today ma'am Komal JV Singh. She's a research scholar from Baramulla, ਔਰ ਇਹ ਸਾਡੇ ਨਾਲ ਸ਼ੇਅਰ ਕਰਨਗੇ ਉਸ ਸਮੇਂ ਦੇ ਹਾਲਾਤ ਤੇ ਉਸ ਸਮੇਂ ਦੇ ਇਵੈਂਟਸ ਜਿਹੜੇ ਨੇ ਕਿਸ ਤਰ੍ਹਾਂ ਅਨਫੋਲਡ ਹੋਏ ਡੇ ਵਾਈਜ਼। ਸੋ ਮੈਂ ਰਿਕੁਐਸਟ ਕਰਾਂਗਾ ਕੋਮਲ, ਤੁਸੀਂ ਪਲੀਜ਼ ਸਾਨੂੰ ਪ੍ਰੀ 22 ਤੋਂ ਪਹਿਲਾਂ ਜਿਹੜਾ ਆਪਰੇਸ਼ਨ ਗੁਲਮਰਗ ਹੈ ਤੇ ਉਸ ਤੋਂ ਬਾਅਦ ਦੇ ਜਿਹੜੇ ਉਹ ਹਾਲਾਤ ਨੇ, ਤੁਸੀਂ ਪਲੀਜ਼ ਸਾਡੇ ਨਾਲ ਜਰਾ ਸ਼ੇਅਰ ਕਰੋ। First of all, thank you so much for inviting me to record this interview, because ਸਾਨੂੰ ਲੱਗਦਾ ਹੈ ਕਿ this is a part of a history of Kashmir which has not been written, which has not been recognized, and which has not been seen. So I think it is an ethical responsibility of all of us that we should, bring out these unsung heroes of Kashmir, the people who died, the people who were killed, ਜਿੱਦਾਂ ਤੁਸੀਂ ਕਿਹਾ ਕਿ ਜਿਹੜਾ ਇੱਕ ਪਾਰਟੀਸ਼ਨ ਦੀ ਜਿਹੜਾ ਇੱਕ ਨੈਰੇਟਿਵ ਹੈਗਾ ਉਹ ਪੰਜਾਬ ਤੇ ਬੰਗਾਲ ਤੇ ਹੀ ਰੁਕ ਗਿਆ ਹੈ। ਬਿਲਕੁਲ। ਜਿਹੜਾ ਜੰਮੂ ਐਂਡ ਕਸ਼ਮੀਰ ਜਿਸ ਤੇ ਦੋ ਟੁਕੜੇ ਹੋਏ, ਉੱਥੇ ਦੇ ਜਿੰਨਾ ਵੀ ਅਸੀਂ ਅੱਜ ਜਦ ਵੀ ਕਿਤਾਬਾਂ ਖੋਲ੍ਹਦੇ ਹਾਂ ਤੇ ਉਹ 26 ਅਕਤੂਬਰ ਤੋਂ ਸਟਾਰਟ ਹੁੰਦੀ ਹੈ, ਤੇ ਜਦ 22 ਤੋਂ 26 ਦੇ ਵਿੱਚ ਦਾ ਜਿਹੜਾ ਕਤਲੇਆਮ ਹੋਇਆ ਕਸ਼ਮੀਰ ਵਿੱਚ, ਉਸ ਬਾਰੇ ਕੋਈ ਵੀ ਇਤਿਹਾਸ ਦੀ ਜਿੰਨੇ ਵੀ ਪੰਨੇ ਉਹ ਖਾਲੀ ਹੀ ਹੈਗੇ ਹਾਲੇ ਤੱਕ। ਤੇ ਮੇਰੀ ਇਸ ਪ੍ਰੋਜੈਕਟ ਵਿੱਚ ਮੇਰਾ ਯੋਗਦਾਨ ਇਸ ਤਰ੍ਹਾਂ ਹੈਗਾ ਕਿ ਆਈ ਕਮ ਫਰੋਮ ਦੈਟ ਕਮਿਊਨਿਟੀ, ਬਟ ਐਟ ਦ ਸੇਮ ਟਾਈਮ ਆਈ ਟੁਕ ਦਿਸ project as my passion for my life. So I decided to make this as a part of my PhD, which I'm going to submit very soon, I think in another 1-2 months at Jawaharlal Nehru University. ਤੇ ਉਸ ਵਿੱਚ ਮੈਂ 47 ਦਾ ਜਿਹੜਾ ਬਾਰਾਮੂਲਾ 'ਚ ਜਿਹੜਾ ਮੈਸੇਕਰ ਹੋਇਆ ਤੇ ਉਸ ਦਾ ਜਿਹੜਾ ਇੰਪੈਕਟ ਸੀ ਲੋਕਾਂ ਤੇ, ਉਸ ਦੇ ਬਾਰੇ 'ਚ ਮੈਂ ਲੋਕਾਂ ਨੂੰ ਮਿਲੀ। ਹਾਲਾਂਕਿ ਇਹ ਕਹਾਣੀਆਂ ਮੇਰੇ ਲਈ ਕੋਈ ਨਈ ਨਹੀਂ ਸੀ, ਕਿਉਂਕਿ ਤੁਹਾਡਾ ਬਚਪਨ ਉੱਥੋਂ ਮੇਰਾ ਦਾ ਹੈ, ਬਚਪਨ ਤੁਸੀਂ ਉੱਥੇ ਦਾ ਹੈ ਤੇ ਮੇਰੇ ਨਾਨੀ ਨਾਨਾ ਦਾਦਾ ਦਾਦੀ, ਕਿਉਂਕਿ ਦੇਖੋ ਜਦ 89 ਵਿੱਚ ਕਸ਼ਮੀਰ ਵਿੱਚ ਇੱਕ ਦੂਸਰਾ ਫੇਜ਼ ਸਟਾਰਟ ਹੁੰਦਾ ਹੈ ਤੇ ਅਸੀਂ ਮੋਸਟਲੀ ਘਰਾਂ 'ਚ ਹੀ ਰਹਿੰਦੇ ਸੀ। ਬਿਲਕੁਲ। ਤੇ ਅਸੀਂ ਸ਼ਾਮ ਨੂੰ ਆਪਣੇ ਘਰਾਂ 'ਚ ਬੈਠਣਾ ਤੇ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਦਾਦਾ ਦਾਦੀ ਰੋਜ਼ ਸਾਨੂੰ ਕਹਾਣੀਆਂ ਸੁਣਾਉਂਦੇ ਸੀ। ਤਦ ਫੋਨ ਦਾ ਜ਼ਮਾਨਾ ਨਹੀਂ ਸੀ, TV ਤਾਂ ਚੱਲਦੇ ਨਹੀਂ ਸੀ, ਤੇ ਉਹਨਾਂ ਨੇ ਕਹਿਣਾ ਕਬਾਲੀ ਆ ਗਏ, ਜਿਨ੍ਹਾਂ ਨੂੰ ਤੁਸੀਂ ਲਕਸ਼ਰ ਕਹਿੰਦੇ ਹੋ ਜਾਂ ਟਰਾਈਬਲਸ ਅਸੀਂ ਕਹਿੰਦੇ ਹਾਂ, ਉਹਨਾਂ ਨੂੰ ਕਸ਼ਮੀਰ ਵਿੱਚ ਅੱਜ ਵੀ ਜਿਹੜੇ ਲੋਕਲ ਲੋਕ ਹੈਗੇ ਉਹਨਾਂ ਨੂੰ ਕਬਾਲੀਆਂ ਦੇ ਨਾਮ ਤੇ ਹੀ ਜਾਣਦੇ। ਬਿਲकुल। मैं ਵਿੱਚੋਂ एक छोटा सा सवाल करता है कि इन हालातों में इतिहास क्यों इतना चुप है कि ये जो उस समय की जो कहानियाँ हैं, उस समय का ये जो एक दर्दनाक मंजर जो है वो अभी तक लोगों के सामने क्यों नहीं आया, और इसके पीछे क्या राज है, और ये क्यों इसका जिक्र नहीं कर रहे हैं लोग आज? There can be multiple factors for it. Like 7 decades have passed and it has been a very long time, and Kashmir is not something which is
ਕਿ ਜਿਸ ਉੱਪਰ ਡਿਸਕਸ਼ਨ ਨਹੀਂ ਹੁੰਦੀ। ਹਰ ਦਿਨ ਤੁਸੀਂ ਕਸ਼ਮੀਰ 'ਤੇ ਡਿਸਕਸ ਕਰ ਰਹੇ ਹੋ, ਬਟ ਇਹਨਾਂ ਸਟੋਰੀਜ਼ ਨੂੰ ਕਿਉਂ ਅੱਗੇ ਨਹੀਂ ਲਿਆਇਆ ਗਿਆ? ਉਸ ਵਿੱਚ ਕੀ ਰਾਜਨੀਤੀ ਸੀ ਜਾਂ ਦੇयर ਵਾਸ ਅ ਪੋਲਿਟਿਕਸ ਇਨ ਇਟ? ਉਹ ਤੇ ਇੱਕ ਵਕਤੀ ਤੌਰ 'ਤੇ ਹੀ ਬੰਦੇ ਨੂੰ ਅੱਗੇ ਸਮਝ ਆਏਗੀ। ਬਟ ਜਿਹੜੀ ਮੇਰੀ ਆਪਣੀ ਸੋਚ ਹੈ ਉਹ ਇਹ ਵੀ ਕਹਿੰਦੀ ਹੈ ਕਿ ਕਿਉਂਕਿ ਸਾਡੀ ਜਿਹੜੀ ਪਾਰਟੀਸ਼ਨ ਤੋਂ ਬਾਅਦ ਹੋਇਆ ਕਿ ਅਸੀਂ ਲੋਕਾਂ ਨੇ ਮੁਲਕਾਂ ਦੀ ਵੰਡ ਤੋਂ ਬਾਅਦ ਅਸੀਂ ਜਿਹੜਾ ਸਾਡੀ ਨਜ਼ਰੀਆ ਸੀ ਚੀਜ਼ਾਂ ਨੂੰ ਦੇਖਣ ਦਾ, ਉਹ ਪੀਪਲ ਸੈਂਟਰਿਕ ਕਦੇ ਵੀ ਨਹੀਂ ਹੋਇਆ। ਤੇ ਹੁਣ 70 ਸਾਲ ਤੋਂ ਬਾਅਦ ਸਾਨੂੰ ਸਮਝ ਆ ਰਹੀ ਹੈ ਕਿ ਨਹੀਂ, ਇਹ ਸਿਰਫ ਇੱਕ it was not a division of land, it was a division of people, division of hearts, it was division of families, of religion. There were so many aspects which are to, you know, ਹੁਣ ਉਹ ਪਾਰਟੀਸ਼ਨ ਜਿਸ ਤਰ੍ਹਾਂ ਅਸੀਂ ਕਹਿੰਦੇ ਕਿ ਪੰਜਾਬ ਦਾ ਇੱਕ ਥੋੜਾ ਜਿਹਾ ਨੈਰੇਟਿਵ ਸਾਹਮਣੇ ਆ ਰਿਹਾ ਤੇ ਕਸ਼ਮੀਰ ਵਿੱਚ ਸ਼ਾਇਦ ਹੁਣ ਸ਼ੁਰੂਆਤ ਹੋ ਰਹੀ ਹੈ ਕਿ ਅਸੀਂ ਉਹਨਾਂ ਸਟੋਰੀਜ਼, ਬਟ ਮੈਨੂੰ ਲੱਗਦਾ ਹੈ ਇਹ ਕਾਫੀ ਲੇਟ ਹੋ ਗਿਆ ਹੈ। ਅਗਰ ਤੁਸੀਂ ਇੱਕ ਸਰਵਾਈਵਰਸ ਦੇ ਹਿਸਾਬ ਤੇ ਕਿਹਾ ਜਾਏ, ਇਹ ਕਾਫੀ ਲੇਟ ਪ੍ਰੋਜੈਕਟ ਆ ਰਿਹਾ ਹੈ, ਮਤਲਬ ਬਹੁਤ ਵਕਤ ਗੁਜ਼ਰ ਗਿਆ ਕਿ ਤੁਸੀਂ ਦੇਖੋ ਜਿਹੜੇ ਸਰਵਾਈਵਰਸ ਹੈਗੇ ਉਹ ਦੇ ਆਰ ਟੱਚਿੰਗ 90s ਐਂਡ ਦੇਰ ਆਰ ਓਨਲੀ ਫਿਊ ਸਰਵਾਈਵਰਸ। ਤੇ 90 ਸਾਲ ਦੇ ਬੰਦੇ ਨੂੰ ਜੇ ਤੁਸੀਂ ਅੱਜ ਪੁੱਛਦੇ ਹੋ, ਬਜ਼ੁਰਗ ਨੂੰ, ਉਹ ਕਹਾਣੀ, ਤੁਸੀਂ ਉਹਨਾਂ ਕੋਲੋਂ ਕੀ ਐਕਸਪੈਕਟ ਕਰੋਗੇ? ਸਾਨੂੰ ਤੇ ਅੱਜ ਇੰਨੇ ਯੰਗ ਹੋ ਕੇ ਸਾਨੂੰ ਕੱਲ੍ਹ ਦੀ ਗੱਲ ਯਾਦ ਨਹੀਂ ਰਹਿੰਦੀ। ਤੁਸੀਂ 50-70 ਸਾਲ ਪੁਰਾਣੀ ਗੱਲ ਨੂੰ ਪੁੱਛਣਾ, ਫਿਰ ਉਹਨੂੰ ਉੱਥੇ ਲਿਆਉਣਾ, ਇੱਕ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਟਰਗਲ ਹੈ। ਅਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਹੁਣ ਜਾ ਕੇ ਅਸੀਂ ਕਿਤੇ ਜਿਹੜਾ ਪੀਪਲ ਸੈਂਟਰਿਕ movement ਕਹਿ ਲਓ ਜਾਂ ਜੀ, ਤੇ ਉਸ ਵਿੱਚ ਹੁਣ ਇਹ ਚੀਜ਼ਾਂ ਬਾਹਰ ਆ ਰਹੀ। In fact, Komal, what I'll do is I'll start from the period where Operation Gulberg was planned, which was planned in Murree by Major General Akbar Khan. I think he and the entire government of Pakistan was very much instrumental in planning that. So ਤੁਸੀਂ ਮੈਨੂੰ ਪਲੀਜ਼ ਸ਼ੇਅਰ ਕਰੋ ਕਿ ਜਦੋਂ 22 ਤਰੀਕ ਨੂੰ ਡੋਮੇਲ ਤੇ ਮੁਜ਼ੱਫਰਾਬਾਦ ਤੇ ਹਮਲਾ ਹੁੰਦਾ ਹੈ ਤੇ ਉਸ ਤੋਂ ਬਾਅਦ ਔਰ ਉੱਥੇ ਕੋਈ ਜ਼ਿਆਦਾ ਲੜਾਈ ਨਹੀਂ ਹੋਈ ਸੀ ਕਿ ਬਿਕੋਜ਼ ਆਬਾਦੀ ਥੋੜ੍ਹੀ ਸੀ, ਪਰ ਜਿਹੜਾ ਉਸ ਤੋਂ ਬਾਅਦ ਜਿਹੜਾ ਕਤਲੇਆਮ ਮੁਜ਼ੱਫਰਾਬਾਦ ਹੋਇਆ ਹੈ, ਉਸ ਤੋਂ ਬਾਅਦ ਇੱਕ ਜ਼ੁਲਮ ਦਾ ਇੱਕ ਇੰਤਹਾ ਹੋਇਆ ਹੈ। ਤੇ ਸਾਨੂੰ ਤੁਸੀਂ 22, 23 ਤੇ 24 ਆਫ ਅਕਤੂਬਰ 1947 ਦੀ ਇਹ ਸਾਰੀ ਜਿਹੜੀ ਗਾਥਾ ਹੈ ਉਹ ਸਾਨੂੰ ਤੁਸੀਂ ਕੋਸ਼ਿਸ਼ ਕਰੋ ਕਿ ਵਿਸਤਾਰ 'ਚ ਤੁਸੀਂ ਸਾਨੂੰ ਐਕਸਪਲੇਨ ਕਰ ਸਕੋ। ਦੇਖੋ ਜੀ, ਜਦ ਪਾਰਟੀਸ਼ਨ ਜਿਹੜਾ ਹੈਗਾ ਉਹ ਕੋਈ ਜੁਲਾਈ ਤੋਂ ਹੀ ਸਟਾਰਟ ਹੋ ਗਿਆ ਸੀ, ਮਾਊਂਟਬੈਟਨ ਜਿਹੜਾ ਪਲਾਨ ਸੀ। ਅਤੇ ਜਿੱਦਾਂ ਤੁਸੀਂ ਕਿਹਾ ਕਿ 22 ਅਕਤੂਬਰ ਤੱਕ ਜਿਹੜੇ ਜੰਮੂ ਐਂਡ ਕਸ਼ਮੀਰ ਦੇ ਜਿਹੜੇ ਮਹਾਰਾਜਾ ਸੀ, ਵਾਜ਼ ਅਨੇਬਲ ਟੂ ਡਿਸਾਈਡ ਵਿਚ ਸਾਈਡ ਹੀ ਵਾਂਟਸ ਟੂ ਗੋ। ਸੋ in that phase, Jammu and Kashmir was actually a free state for that 2 months. For that period, and it was not part of any nation that time. ਤੇ ਉਸ ਵਿੱਚ ਇੱਦਾਂ ਨਹੀਂ ਸੀ ਕਿ ਦੇਖੋ ਜੰਮੂ ਐਂਡ ਕਸ਼ਮੀਰ ਕੋਈ ਦੂਰ ਤੇ ਹੈਗਾ ਨਹੀਂ, ਕਿਉਂਕਿ ਬਾਰਡਰ ਪੰਜਾਬ ਨਾਲ ਮਿਲਦਾ ਹੈ ਸਾਰਾ। ਤੇ ਇੱਥੋਂ ਜਿਹੜੇ ਰਿਫਿਊਜੀ ਸੀ ਉਹ ਜੰਮੂ ਜਾ ਰਹੇ ਸੀ, ਸਿਆਲਕੋਟ, ਮੀਰਪੁਰ, ਉਹ ਵਾਲੇ ਰਿਫਿਊਜੀ, ਦੇਰ ਵਾਜ਼ ਆਲਰੇਡੀ ਟੈਂਸ਼ਨ ਵਿਚ ਵਾਜ਼ ਗੋਇੰਗ ਅਰਾਊਂਡ। ਬਿਲਕੁਲ। ਤੇ ਜਿਹੜਾ ਜੰਮੂ, ਪੁੰਛ, ਇਹ ਵਾਲਾ ਜਿਹੜਾ ਇਲਾਕਾ ਸੀ, ਕਿਉਂਕਿ ਜਦ ਮੈਂ ਮੁਜ਼ੱਫਰਾਬਾਦ ਦੇ ਸਰਵਾਈਵਰਸ ਨੂੰ ਮਿਲੀ ਜਦੋਂ, ਤੇ ਉਹ ਕਹਿੰਦੇ ਕਿ ਸਾਨੂੰ 2-3 ਮਹੀਨੇ ਤੋਂ ਇੱਕ ਲੱਗ ਰਿਹਾ ਸੀ ਕੁਝ ਹੋਣ ਵਾਲਾ ਹੈ, ਕਿਉਂਕਿ ਜਦ ਇੰਨਾ ਬਿਲਡਅਪ ਹੋ ਰਿਹਾ ਹੈ, ਜਦ ਪੰਜਾਬ ਵਿੱਚ ਤੁਸੀਂ ਬਾਕੀ ਜਗ੍ਹਾ 'ਚ ਇੰਨਾ ਜਦ ਕਤਲੇਆਮ ਹੋ ਚੁੱਕਿਆ ਸੀ, ਉਹ ਕਿਸ ਤਰ੍ਹਾਂ ਸੀ ਕਿ ਇੱਥੇ ਸਿੱਖ ਤੇ ਮੁਸਲਮਾਨ ਕਿਸ ਤਰ੍ਹਾਂ ਇਕੱਠੇ ਰਹਿ ਲੈਂਦੇ ਜਾਂ ਹਿੰਦੂ ਕਿਸ ਤਰ੍ਹਾਂ ਇਕੱਠੇ ਰਹਿ ਲੈਂਦੇ, ਤੇ ਉਹ ਇੱਕ ਟੈਨਸ਼ਨ ਬਿਲਡਅਪ ਸੀ ਉੱਥੇ। ਤੇ ਜਦ ਇਹ ਜਿਹੜਾ ਜਿਸ ਤਰ੍ਹਾਂ ਸਾਨੂੰ ਪਾਕਿਸਤਾਨ ਦੀ ਜਿਹੜੀ ਮਿਲਟਰੀ ਮੈਮਾਇਰਸ ਹੈਗੀ ਜੋ ਅਕਬਰ ਖਾਨ ਹੈ, ਇਟਸ ਅ ਰਿਟਨ ਰਿਕਾਰਡ ਬਾਈ ਦੀ ਜਨਰਲਸ that even by the Pakistan Army and historians have also mentioned that they were part of this operation. ਤੇ ਹੁਣ ਕਈ ਇੱਕ ਸਵਾਲ ਆਉਂਦਾ ਕਿ ਉਹ ਕਿਉਂ ਆਏ ਕਸ਼ਮੀਰ, ਹੈ ਨਾ, ਇਹ ਸਵਾਲ ਬਹੁਤ। ਤੇ ਉਹਨਾਂ ਨੇ ਆਉਂਦੇ ਹੀ ਮੈਜੋਰਿਟੀ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ? ਤੇ ਇੱਕ ਨੈਰੇਟਿਵ ਇਹ ਵੀ ਹੈਗਾ ਕਿ ਉਹ ਪੰਜਾਬ ਦਾ ਬਦਲਾ ਲੈ ਰਹੇ ਸੀ ਉੱਥੇ, ਕਿਉਂਕਿ ਦੇਖੋ ਮੁਜ਼ੱਫਰਾਬਾਦ ਵਿੱਚ ਦ ਮੈਜੋਰਿਟੀ ਵਰ ਦ ਸਿੱਖਸ ਐਂਡ ਇਨ ਮੀਰਪੁਰ ਦ ਮੈਜੋਰਿਟੀ ਵਰ ਦ ਹਿੰਦੂਸ। ਤੇ ਉੱਥੇ ਇੱਕ ਬਹੁਤ ਵੱਡੀ ਐਥਨਿਕ ਕਲੈਂਜ਼ਿੰਗ ਹੋਈ ਹੈ ਲੋਕਾਂ ਦੀ। ਮੁਜ਼ੱਫਰਾਬਾਦ ਦੇ ਜਿਹੜੇ ਸਰਵਾਈਵਰਸ ਮਿਲੇ, ਬਿਕਾਜ਼ ਦੇਖੀਏ ਇਸ ਉੱਪਰ ਸਾਡੇ ਕੋਲ ਕੋਈ ਵੀ ਇਤਿਹਾਸ ਹੈਗਾ ਨਹੀਂ, ਅਤੇ ਸਾਨੂੰ ਜਿਹੜਾ ਇਨ ਦ ਐਬਸੈਂਸ ਆਫ
any written history, the Absolutely. oral history becomes the prime source for us. And we have to rely on that because it's a people experience. We should not just question कि ਇਹ ਲੋਕ ਆਪਣੇ ਕੋਲੋਂ ਕਹਾਣੀਆਂ ਬਣਾ ਰਹੇ ਨੇ। 50 100 200 300 ਲੋਕ ਕਹਾਣੀ ਨਹੀਂ ਬਣਾ ਸਕਦੇ, ਉਹ ਇੱਕ ਸੱਚਾਈ ਵੀ ਹੈਗੀ और कहानी भी सेम है हरेक की, बिल्कुल, you know, बिल्कुल। it's not that they all have a different story ਸੋ to ਇਨ tell. ਮੁਜ਼ੱਫਰਾਬਾਦ ਜਿਹੜੇ ਲੋਕੀ ਮੈਨੂੰ ਮਿਲੇ ਜਿਨ੍ਹਾਂ ਦਾ ਮੈਂ ਇੰਟਰਵਿਊਜ਼ ਲਿਆ, ਬਿਕਾਜ਼ ਮੈਂ ਉਹਨਾਂ ਨੂੰ ਇਸ ਲਈ ਕੋਟ ਕਰ ਰਹੀ ਹਾਂ ਬਿਕਾਜ਼ ਆਈ ਐਮ ਅ 4th ਜਨਰੇਸ਼ਨ ਪਰਸਨ। ਸਾਡੇ ਵੀ ਪੂਰਵਜਾਂ ਨੇ ਸਾਨੂੰ ਕਹਾਣੀਆਂ ਸੁਣਾਈਆਂ, ਬਟ ਮੈਂ ਉਸ ਕਹਾਣੀ ਨੂੰ ਅੱਗੇ ਲੈ ਕੇ ਰਿਸਰਚ ਵਿੱਚ ਪਹੁੰਚੀ ਤੇ ਮੈਂ ਬਾਕੀ ਲੋਕਾਂ ਨੂੰ ਵੀ ਲਿਖੀ। बिल्कुल। बिकॉज देखिए एज अ रिसर्चर आई हैव टू बी अनबायस्ड ऑल्सो बिकॉज आई एम पार्ट ऑफ द कम्यूनिटी बट दैन आई एम ऑल्सो नॉट पार्ट ऑफ द कम्यूनिटी। Right. सो जब मैं मुजफ्फराबाद ਦੇ ਲੋਕਾਂ ਨੂੰ ਮਿਲੀ, ਉਹ ਕਹਿੰਦੇ ਸਾਨੂੰ ਟੈਨਸ਼ਨ ਸੀ। ਜਿਸ ਤਰ੍ਹਾਂ ਇੱਕ ਸਰਵਾਈਵਰ ਮੈਨੂੰ ਮਿਲੇ ਜੰਮੂ 'ਚ, ਉਹਨਾਂ ਨੇ ਦੱਸਿਆ ਕਿ ਜਦ ਇਹ ਹਮਲਾ ਹੋਇਆ ਅਸੀਂ ਆਪਣੇ ਘਰਾਂ 'ਚ ਬੈਠੇ ਸੀ ਤੇ ਅਸੀਂ ਦੇਖਿਆ ਕਿ ਸਟੇਟ ਫੋਰਸਿਸ ਜਿਹੜੀ ਜੰਮੂ ਐਂਡ ਕਸ਼ਮੀਰ ਦੀ, ਉਹ ਗੱਡੀਆਂ 'ਚ ਭਰ ਕੇ ਜਾ ਰਹੇ ਸੀ। जा रहे हैं, बिल्कुल। ਤੇ ਕਹਿੰਦੇ ਅਸੀਂ ਉਹਨਾਂ ਨੂੰ ਪੁੱਛਿਆ ਕੀ ਹੋਇਆ, हम्म। ਕਹਿੰਦੇ ਅੱਗੇ ਜਿਹੜੇ ਨੇ ਕਬਾਲੀ ਆ ਗਏ ਨੇ ਤੇ ਤੁਸੀਂ ਆਪਣਾ ਖਿਆਲ ਰੱਖਿਓ। ਕਹਿੰਦੇ ਕੋਈ ਅੱਧਾ ਦਿਨ ਨਿਕਲਿਆ, ਅਸੀਂ ਉੱਥੋਂ ਗੱਡੀਆਂ ਤੋਂ ਬਿਨਾਂ ਲੋਕਾਂ ਨੂੰ ਜਿਹੜੇ ਸਟੇਟ ਫੋਰਸਿਸ ਵਾਲੇ ਸੀ, ਕੋਈ 1-2 ਬੰਦੇ ਭੱਜਦੇ ਹੋਏ ਮਿਲੇ। ਉਹਨਾਂ ਨੇ ਕਿਹਾ ਕਿ ਤੁਸੀਂ ਇੱਥੋਂ ਨੱਸੋ ਕਿਉਂਕਿ ਕਬਾਲੀ ਜਿਹੜੇ ਨੇ ਉਹਨਾਂ ਨੇ ਉਹ ਅੱਗੇ ਆ ਚੁੱਕੇ ਨੇ। ਉਸ ਤੋਂ ਬਾਅਦ ਇੱਕ ਲੋਕਲ ਲਿਟਰੇਚਰ ਵਿੱਚ, ਬਿਕਾਜ਼ ਮੁਜ਼ੱਫਰਾਬਾਦ ਵਿੱਚ ਅੱਛੀ ਸਿੱਖ ਕਮਿਊਨਿਟੀ ਸੀ, ਉੱਥੇ ਇੱਕ ਆਰਮਡ ਜੱਥਾ, हम्म। ਕਿਉਂਕਿ ਮੁਜ਼ੱਫਰਾਬਾਦ ਵੀ ਉਹ ਇਲਾਕਾ ਵੀ ਹੈਗਾ ਜਿੱਥੇ ਅਕਾਲੀ ਕੋਟ ਸਿੰਘ बिल्कुल। ਦੀ ਜਿਹੜੇ ਸਿੱਖ ਪੰਥ ਦੇ ਬਹੁਤ ਹੀ ਵੱਡੇ ਵਿਦਵਾਨ ਰਹੇ ਨੇ, बिल्कुल। ਉਹਨਾਂ ਦੀ ਇੱਕ ਜਗ੍ਹਾ ਸੀ ਤੇ ਉੱਥੇ ਇੱਕ ਫਸਟ ਸਿੱਖ ਬੋਰਡਿੰਗ ਸਕੂਲ ਵੀ ਹੈਗਾ ਸੀ। ਸਭ ਤੋਂ ਪਹਿਲੇ ਉਹਨਾਂ ਨੇ ਬੋਰਡਿੰਗ ਸਕੂਲ ਨੂੰ ਸਾੜਿਆ। ਉੱਥੇ ਸਭ ਤੋਂ ਵੱਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ, ਜਿਹੜੀ ਅਕਾਲੀ ਕੋਟ ਸਿੰਘ ਨੇ ਆਪਣੀ ਇੱਕ ਲਾਇਬ੍ਰੇਰੀ ਬਣਾਈ ਸੀ। ਉਹਨਾਂ ਦਾ ਸਿੱਖ ਇਤਿਹਾਸ ਨਾਲ ਜਿਹੜਾ ਰੁਝਾਵ ਸੀ, ਉਸ ਦੀ ਵਜ੍ਹਾ ਤੋਂ there was a good plenty of good material which was available with him. Was it all burnt जी इस It was के दौरान all- सारा? So see, this was burnt, which is this is what I have got to know. This is what I have read from the text. This is what I have got to know from the survivors. It was burnt, and then the Gurdwara, because all the Sikhs they thought they will assemble at Gurdwara. हाँ naturally एक सेंट्रल जगह च उत्थों लड़ भी सकते ने ते उत्थों मूवमेंट भी सौखी हो जाती है। ਹਾਂਜੀ, ਤੇ ਉੱਥੇ ਜਦ ਇਹ ਅਟੈਕ ਹੁੰਦਾ ਹੈ, when this attack happens, ਉੱਥੇ ਦੇਖੋ ਸਰਦਾਰਾਂ ਦੀ ਕੌਮ ਵਿੱਚ ਇੱਕ ਚੀਜ਼ ਹੈ, ਮਤਲਬ ਕਿ they will fought back, you know, they were not simply killed, we cannot say that, they fought back with whatever they had with them, ਚਾਹੇ ਉਹ ਤਲਵਾਰ ਸੀ, ਕਿਰਪਾਨ ਸੀ, ਜਾਂ ਜੋ ਵੀ ਸੀ, ਉਸ ਨਾਲ ਲੋਕਾਂ ਨੇ ਇੱਕ ਰੈਜ਼ਿਸਟੈਂਸ ਦਿੱਤੀ। ਬਿਲਕੁਲ। ਸਮੇਂ ਦਾ ਵੀ ਬੜਾ ਫਰਕ ਪਿਆ ਹੈ। ਸਮੇਂ ਦਾ ਫਰਕ ਪਿਆ ਹੈ। ਜਿਹੜਾ ਉਹਨਾਂ ਦਾ ਟਾਰਗੇਟ ਸੀਗਾ, ਕਬਾਲੀਆਂ ਨੂੰ ਇਨਫੈਕਟ ਟਾਰਗੇਟ ਦਿੱਤਾ ਗਿਆ ਸੀ ਵੀ ਤੁਸੀਂ 26 ਅਕਤੂਬਰ ਜਾਂ ਜਦੋਂ ਈਦ ਹੈ ਕਿ ਉਹ ਜਾ ਕੇ ਸ਼੍ਰੀਨਗਰ ਸੈਲੀਬ੍ਰੇਟ ਕਰਨਗੇ। ਸੋ ਇਹ ਜਿਹੜਾ 5 ਦਿਨ ਜਿਹੜਾ ਰੋਕ ਕੇ ਰੱਖਿਆ ਹੈ, ਇਹ ਸਿਰਫ ਇਹਨਾਂ ਦੀ ਲੋਕਾਂ ਦੀ ਬਹਾਦਰੀ ਕਿ ਇਹਨਾਂ ਨੇ ਪਹਿਲਾਂ ਮੁਜ਼ੱਫਰਾਬਾਦ ਫਾਈਟ ਦਿੱਤੀ, ਫਿਰ ਆ ਕੇ ਬਾਰਾਮੂਲਾ ਸੈਕੰਡ ਲਾਈਨ ਆਫ ਡਿਫੈਂਸ ਸੀਗਾ। ਉਸ ਤੋਂ ਬਾਅਦ ਪਿੰਡਾਂ 'ਚ ਵੀ ਤੁਹਾਡੇ ਜਿਹੜੇ ਮੇਨ ਵੱਡੇ ਪਿੰਡ ਨੇ ਇੱਛਾਹਮਾ ਜਾਂ ਛੋਰਾ ਤੇ ਇਹ ਸਾਰੀਆਂ 'ਚ ਵੀ ਕਿਉਂਕਿ ਜਨਰਲ ਮਹਿਤਾ ਦੀ ਵੀ ਅਸੀਂ ਇੰਟਰਵਿਊ ਕੀਤੀ, ਉਹ ਇਟਸ ਆਲਸੋ ਗੋਇੰਗ ਟੂ ਬੀ ਲਾਈਵ ਔਨ ਦ ਸੇਮ ਚੈਨਲ। ਉਹਨਾਂ ਨੇ ਜ਼ਿਕਰ ਕੀਤਾ ਵੀ ਆਲਮੋਸਟ 35,000 women, children and elders were killed in the area of Baramulla.